ਨਵਸਵੇ ਟੀਵੀ ਨਾਲ ਸਾਂਝ ਪਾ ਰਹੇ ਸਭ ਦਰਸ਼ਕਾਂ ਨੂੰ ਮੇਰੀ ਨਵਨੀਤ ਕੌਰ ਵੱਲੋਂ ਪਿਆਰ ਤੇ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ ਜੀ। ਅੱਜ ਦੇ ਇਸ ਖਾਸ ਪ੍ਰੋਗਰਾਮ ਦੇ ਵਿੱਚ ਅਸੀਂ ਪੰਜਾਬੀ ਸਾਹਿਤ ਤੇ ਸੱਭਿਆਚਾਰਕ ਸਭਾ ਵਿਨੀਪੈਗ ਦੇ ਸੱਦੇ 'ਤੇ ਅਨੀਤਾ ਸ਼ਬਦੀਸ਼ ਜੀ ਨਾਲ ਗੱਲਬਾਤ ਕਰ ਰਹੇ ਹਾਂ, ਜੋ ਕਿ ਆਪਣਾ ਨਵਾਂ ਨਾਟਕ ਗੁੰਮਸ਼ੁਦਾ ਔਰਤ ਲੈ ਕੇ ਸਾਡੇ ਸ਼ਹਿਰ ਪਹੁੰਚੇ ਸਨ। ਅਤੇ ਕੱਲ੍ਹ ਅਸੀਂ ਉਹਨਾਂ ਦਾ ਨਾਟਕ ਦੇਖਿਆ ਅਤੇ ਉਹਦੇ ਬਾਬਤ ਅਤੇ ਹੋਰ ਉਹਨਾਂ ਦੇ ਰੰਗਮੰਚ ਨਾਲ ਜੁੜੇ ਕਰੀਅਰ ਦੇ ਬਾਰੇ ਗੱਲਬਾਤ ਕਰਦੇ ਹਾਂ। ਹਾਂਜੀ ਅਨੀਤਾ ਸ਼ਬਦੀਸ਼ ਜੀ, ਬਹੁਤ ਬਹੁਤ ਸਵਾਗਤ ਹੈ ਜੀ ਵਿਨੀਪੈਗ 'ਚ। ਅਤੇ ਸਭ ਤੋਂ ਪਹਿਲਾਂ ਬਹੁਤ ਬਹੁਤ ਧੰਨਵਾਦ ਜੀ ਸਮਾਂ ਦੇਣ ਵਾਸਤੇ। ਸ਼ੁਕਰੀਆ ਜੀ, ਬਹੁਤ ਬਹੁਤ ਮਿਹਰਬਾਨੀ ਤੁਹਾਡੀ। ਗੱਲ ਜਿਹੜੀ ਹੈ ਆਪਾਂ ਰੰਗਮੰਚ ਦੇ ਸਫ਼ਰ ਤੋਂ ਹੀ ਸ਼ੁਰੂ ਕਰਦੇ ਹਾਂ। ਕਦੋਂ ਕੁ ਤੁਸੀਂ ਸ਼ੁਰੂ ਕੀਤਾ ਅਤੇ ਕਿੱਥੇ ਕੁ ਤੱਕ ਪਹੁੰਚ ਗਏ ਆਪਣੇ ਆਪ ਨੂੰ ਮਹਿਸੂਸ ਕਰ ਰਹੇ ਹੋ? ਸ਼ੁਰੂਆਤ ਮੇਰੀ ਬਚਪਨ ਤੋਂ ਹੀ ਹੋ ਗਈ ਸੀ ਜੀ ਰੰਗਮੰਚ ਦੀ ਦੁਨੀਆ ਦੇ ਵਿੱਚ। ਮੇਰੇ ਫਾਦਰ ਮੈਨੂੰ ਨਾਟਕ ਦਿਖਾਉਣ ਲੈ ਕੇ ਜਾਂਦੇ ਹੁੰਦੇ ਸੀ। ਬਹੁਤ ਛੋਟੇ ਹੁੰਦੇ ਸੀ ਅਸੀਂ ਉਦੋਂ, ਕੋਈ ਨਾਟਕ ਦੀ ਸਮਝ ਨਹੀਂ ਸੀ। ਮੋਹਾਲੀ ਦੇ ਵਿੱਚ ਇੱਕ ਫੈਕਟਰੀ ਹੁੰਦੀ ਸੀ HS ਭੱਟੀ ਸਾਹਿਬ ਦੀ, ਉੱਥੇ ਨਾਟਕ ਹੁੰਦੇ ਸੀ। ਅਸੀਂ ਨਾਟਕ ਦੇਖਣ ਜਾਂਦੇ ਸੀ। ਉੱਥੇ ਗੁਰਸ਼ਨ ਭਾਜੀ ਦੇ, ਕਮਲ ਵਿਦਰੋਹੀ ਜੀ ਦੇ, ਦਵਿੰਦਰ ਦਮਨ ਜੀ ਦੇ। ਉਹ ਨਾਟਕ ਦੇਖ ਕੇ ਜਦੋਂ ਅਸੀਂ ਘਰ ਆਉਣਾ ਤਾਂ ਅਸੀਂ ਕੋਈ ਨਾ ਕੋਈ ਕਿਰਦਾਰ ਆਪਣੇ ਨਾਲ ਲੈ ਕੇ ਆਉਂਦੇ ਸੀ ਅਤੇ ਉਹ ਕਿਰਦਾਰ ਦੇ ਜ਼ਰੀਏ ਅਸੀਂ ਘਰ ਆ ਕੇ ਮਸਤੀ ਕਰਦੇ ਸੀ। ਉਹ ਡਾਇਲੌਗ ਬੋਲਦੇ ਸੀ, ਪਰ ਉਹ ਛੋਟਾ ਜਿਹੜਾ ਡਾਇਲੌਗ ਸੀਗਾ ਉਹ ਕਿਤੇ ਨਾ ਕਿਤੇ ਅੰਦਰ ਵਸਦਾ ਗਿਆ। ਹੌਲੀ ਹੌਲੀ ਰੰਗਮੰਚ ਦੀ ਦੁਨੀਆ ਨੂੰ ਬਾਰੇ ਸਮਝ ਆਉਂਦੀ ਗਈ ਹੌਲੀ ਹੌਲੀ, ਅਤੇ ਫਿਰ ਇਸ ਤਰੀਕੇ ਨਾਲ ਮੇਰੀ ਰੰਗਮੰਚ ਦੀ ਸ਼ੁਰੂਆਤ ਹੋਈ। ਪਹਿਲਾ ਨਾਟਕ ਮੇਰਾ ਡਾਕਟਰ ਆਤਮਜੀਤ ਜੀ ਦੇ ਨਾਲ ਹੈ, ਰਿਸ਼ਤਿਆਂ ਦਾ ਕੀ ਰੱਖੀਏ ਨਾਮ। ਉਹਦੇ ਵਿੱਚ ਮੈਂ ਇੱਕ ਬੀਰੀ ਦਾ ਵੀ ਨਹੀਂ ਸੀ, ਕਈ ਬੀਰੀਆਂ ਸੀ। ਸਾਇਲੈਂਟ ਕਿਰਦਾਰ ਸੀਗਾ, ਸਾਇਲੈਂਟ ਚੱਕਰ ਕੱਟਿਆ ਸੀ, ਪਰ ਉਹ ਚੱਕਰ ਰੰਗਮੰਚ ਦਾ ਇੰਨਾ ਖੂਬਸੂਰਤ ਚੱਕਰ ਬਣ ਜਾਏਗਾ ਇਹ ਪਤਾ ਨਹੀਂ ਸੀ ਉਦੋਂ। ਸੋ ਉਸ ਤੋਂ ਬਾਅਦ ਫਿਰ ਮੇਰੀ ਗੁਰਸ਼ਨ ਭਾਜੀ ਦੇ ਨਾਲ ਮੁਲਾਕਾਤ ਹੋਈ ਤਾਂ ਉਹਨਾਂ ਦੇ, ਹਾਲਾਂਕਿ ਮੁਲਾਕਾਤ ਤਾਂ ਬਹੁਤ ਬਚਪਨ 'ਚ ਹੀ ਹੋ ਗਈ ਸੀ, ਪਰ ਐਜ਼ ਏ ਐਕਟਰ ਉਹਨਾਂ ਦੇ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਮੈਨੂੰ 93 ਦੇ ਵਿੱਚ। ਅਤੇ ਮੇਰਾ ਨਵਾਂ ਜਨਮ ਨਾਟਕ ਸੀਗਾ ਉਹਨਾਂ ਦੇ ਨਾਲ, ਪਹਿਲਾ ਨਾਟਕ। ਅਤੇ ਫਿਰ ਮੇਰਾ ਵੀ ਨਵਾਂ ਜਨਮ ਹੋ ਗਿਆ। ਉਸ ਤੋਂ ਬਾਅਦ ਫਿਰ ਮੈਂ ਪਿੱਛੇ ਮੁੜ ਕੇ ਨਹੀਂ ਦੇਖਿਆ। ਫਿਰ ਇਸ ਖੂਬਸੂਰਤ ਦੁਨੀਆ ਦੇ ਵਿੱਚ, ਰੰਗਮੰਚ ਦੀ ਦੁਨੀਆ ਦੇ ਵਿੱਚ ਮੈਨੂੰ ਚੰਗਾ ਲੱਗਣ ਲੱਗ ਗਿਆ, ਕਿਉਂਕਿ ਰੰਗਮੰਚ ਦੇ ਜ਼ਰੀਏ ਅਸੀਂ ਕੋਈ ਨਾ ਕੋਈ ਗੱਲ ਸਮਾਜ ਨੂੰ ਦਿੰਦੇ ਹਾਂ। ਸੋ ਇਸ ਕਰਕੇ ਮੈਂ ਇਹੀ ਰਾਹ ਅਪਣਾ ਲਿਆ ਅਤੇ ਕੰਟੀਨਿਊਟੀ 'ਚ ਇੱਦਾਂ ਹੀ ਚੱਲ ਰਿਹਾ। ਅਤੇ ਗੁਰਸ਼ਰਨ ਭਾਜੀ ਦਾ ਜਿਹੜਾ ਤੁਹਾਡੇ ਨਾਲ ਸਾਥ ਜਾਂ ਤੁਹਾਨੂੰ ਜਿਹੜਾ ਸਿੱਖਿਅਤ ਕਰਨਾ ਸੀ, ਉਹਦੇ ਬਾਰੇ ਥੋੜ੍ਹੇ ਸ਼ਬਦਾਂ ਵਿੱਚ ਕਿਵੇਂ ਤੁਸੀਂ ਬਿਆਨ ਕਰੋਗੇ? ਮੈਂ ਜੇ ਰੰਗਮੰਚ ਦੀ ਦੁਨੀਆ 'ਚ ਕਹਾਂ ਤਾਂ ਮੈਨੂੰ, ਜਿੱਦਾਂ ਮੈਂ ਦੱਸਿਆ ਕਿ ਡਾਕਟਰ ਆਤਮਜੀਤ ਜੀ ਨੇ ਰੰਗਮੰਚ ਦੀ ਦੁਨੀਆ 'ਚ ਪੈਦਾ ਕੀਤਾ ਮੈਨੂੰ ਉਹਨਾਂ ਨੇ, ਕਿਉਂਕਿ ਐਜ਼ ਏ ਆਰਟਿਸਟ ਮੈਂ ਉਹਨਾਂ ਦੇ ਥਰੂ ਇਸ ਰੰਗਮੰਚ ਨੂੰ ਪਹਿਚਾਣਿਆ। ਅਤੇ ਰੰਗਮੰਚ ਦੀ ਦੁਨੀਆ 'ਚ ਪਾਲ ਪੋਸ ਕੇ ਵੱਡਾ ਕਰਨ ਵਾਲੇ ਗੁਰਸ਼ਨ ਭਾਜੀ ਨੇ, ਉਹਨਾਂ ਦੇ ਜ਼ਰੀਏ ਮੈਂ ਇਸ ਖੂਬਸੂਰਤ ਸਫ਼ਰ ਨੂੰ ਚੰਗੀ ਤਰ੍ਹਾਂ ਜਾਣਿਆ ਕਿ ਰੰਗਮੰਚ ਨਾਟਕ ਜਿਹੜਾ ਹੈਗਾ ਉਹ ਕਰਨਾ ਕਿਉਂ ਹੈ, ਤੁਸੀਂ ਕਾਹਦੇ ਲਈ ਕਰ ਰਹੇ ਹੋ ਤੁਸੀਂ, ਉਹ ਮੈਂ ਭਾਜੀ ਦੇ ਜ਼ਰੀਏ ਪਹਿਚਾਣਿਆ ਇਸ ਚੀਜ਼ ਨੂੰ। ਸੋ ਭਾਜੀ ਦਾ ਮੇਰੀ ਜ਼ਿੰਦਗੀ ਦੇ ਵਿੱਚ ਬਹੁਤ ਵੱਡਾ ਰੋਲ ਹੈ। ਮੈਨੂੰ ਇੱਥੋਂ ਤੱਕ ਕਿ ਮੇਰਾ ਵਿਆਹ ਕਰਾਉਣ ਵਾਲੇ ਵੀ ਉਹੀ ਨੇ। ਸੋ ਇਸ ਕਰਕੇ ਕੰਟੀਨਿਊਟੀ ਦੇ ਵਿੱਚ ਭਾਜੀ ਤੋਂ ਜੋ ਕੁਛ ਸਿੱਖਿਆ ਉਹ ਅੱਜ ਅੱਗੇ ਲੈ ਕੇ ਜਾਣ ਦੀ ਕੋਸ਼ਿਸ਼ ਕਰ ਰਹੇ ਹਾਂ। ਵਿਆਹ ਦੀ ਗੱਲ ਕੀਤੀ, ਅਤੇ ਵਿਆਹ ਦੇ ਨਾਲ ਜਿਹੜਾ ਤੁਹਾਡਾ ਰੰਗਮੰਚ ਦਾ ਸਫ਼ਰ ਸੀ ਉਹਦੇ 'ਤੇ ਕਿਸ ਤਰ੍ਹਾਂ ਦਾ ਅਸਰ ਪਿਆ? ਕਿੰਨਾ ਕੁ ਖੂਬਸੂਰਤ ਹੋਰ ਹੋ ਗਿਆ ਵਿਆਹ ਤੋਂ ਬਾਅਦ? ਬਿਲਕੁਲ ਖੂਬਸੂਰਤ ਹੋਇਆ ਜੀ ਹੋਰ, ਕਿਉਂਕਿ ਸਾਡੇ ਦੋਸਤ ਮਿੱਤਰ ਕਹਿੰਦੇ ਹੁੰਦੇ ਕਿ ਕਵਿਤਾ ਅਤੇ ਨਾਟਕ ਦਾ ਵਿਆਹ ਹੋ ਗਿਆ, ਕਿਉਂਕਿ ਸ਼ਬਦੀਸ਼ ਕਵਿਤਾ ਲਿਖਦੇ ਸੀ ਅਤੇ ਉਹ ਪੋਇਟ ਨੇ। ਅਤੇ ਉਹਨਾਂ ਨੇ ਮਤਲਬ ਜਦੋਂ ਸਾਡਾ ਵਿਆਹ ਹੋਇਆ ਤਾਂ ਗੁਰਸ਼ਨ ਭਾਜੀ ਨੇ ਹੀ ਗੱਲ ਚਲਾਈ ਸੀਗੀ ਕਿ ਚਲੋ ਇਹਨਾਂ ਦੋਨਾਂ ਨੂੰ ਇਕੱਠੇ ਕਰ ਦਿਓ। ਸੋ ਉਸ ਤੋਂ ਬਾਅਦ ਸੱਚਮੁੱਚ ਖੂਬਸੂਰਤ ਸਫ਼ਰ ਰਿਹਾ, ਕਿਉਂਕਿ ਕੁਛ ਵੀ ਮੈਂ ਪੜ੍ਹਦੀ ਹਾਂ, ਕੋਈ ਕਹਾਣੀ, ਕੋਈ ਨਾਵਲ, ਕੁਛ ਵੀ ਤੁਹਾਡੇ ਦਿਮਾਗ 'ਚ ਕੋਈ ਟੋਪਿਕ ਵੀ ਆਉਂਦਾ ਤਾਂ ਅਸੀਂ ਆਪਸ 'ਚ ਬੈਠ ਕੇ ਡਿਸਕਸ ਕਰਦੇ ਹਾਂ। ਸਾਡੀ ਇੱਛਾ ਹੁੰਦੀ ਹੈ ਕਿ ਸਾਹਿਤ ਨੂੰ ਵੱਧ ਤੋਂ ਵੱਧ ਲੋਕਾਂ ਦੇ ਵਿੱਚ ਲਿਜਾਇਆ ਜਾਵੇ। ਨਾਟਕ ਸਾਡੇ ਕੋਲ ਬਹੁਤ ਵੱਡੀ ਇੱਕ ਤਾਕਤ ਹੈ ਜਿਹਦੇ ਜ਼ਰੀਏ ਅਸੀਂ ਲੋਕਾਂ ਤੱਕ ਜਾ ਸਕਦੇ ਹਾਂ। ਸੋ ਸਾਡਾ ਦੋਨਾਂ ਦਾ ਘਰ ਦੇ ਵਿੱਚ ਬਹੁਤ ਵਧੀਆ ਮਾਹੌਲ ਹੈ, ਬਹੁਤ ਵਧੀਆ ਤਰੀਕੇ ਨਾਲ ਅਸੀਂ ਨਾਟਕ ਨੂੰ ਡਿਸਕਸ ਕਰਦੇ ਹਾਂ। ਫਿਰ ਮੈਂ ਜ਼ੋਰ ਵੀ ਦਿੰਦੀ ਹਾਂ ਕਿ ਮੈਨੂੰ ਆਹ ਸਕ੍ਰਿਪਟ ਚਾਹੀਦੀ ਹੈ, ਇਸੇ ਟੋਪਿਕ ਦੇ ਉੱਤੇ ਚਾਹੀਦੀ ਹੈ। ਜਿਸ ਤਰ੍ਹਾਂ ਕੱਲ੍ਹ ਤੁਸੀਂ ਨਾਟਕ ਦੇਖਿਆ ਗੁੰਮਸ਼ੁਦਾ ਔਰਤ, ਉਸ ਦੀ ਪਹਿਲੀ ਪੇਸ਼ਕਾਰੀ ਇੱਥੇ ਵਿਨੀਪੈਗ ਦੇ ਵਿੱਚ ਹੋਈ ਹੈ ਅਤੇ ਉਹ ਸ਼ਬਦੀਸ਼ ਨੇ ਹੀ ਲਿਖਿਆ ਸੀ ਜੀ। ਅਤੇ ਗੁੰਮਸ਼ੁਦਾ ਔਰਤ ਦੀ ਹੀ ਗੱਲ ਕਰ ਲੈਂਦੇ ਹਾਂ ਵੀ
ਥੋੜ੍ਹੇ ਸ਼ਬਦਾਂ ਦੇ ਵਿੱਚ ਗੁੰਮਸ਼ੁਦਾ ਔਰਤ ਦੀ ਤਲਾਸ਼ ਜਾਂ ਉਹਦਾ ਜਿਹੜਾ ਸਫ਼ਰ ਹੈ ਉਹਨੂੰ ਕਿਵੇਂ ਤੁਸੀਂ ਜਿਹੜਾ ਮਹਿਸੂਸ ਕਰਦੇ ਹੋ? ਦੇਖੋ, ਸਾਡੇ ਸਮਾਜ ਦੇ ਵਿੱਚ ਔਰਤਾਂ ਦੇ ਬਹੁਤ ਮੁੱਦੇ ਨੇ ਜਿਨ੍ਹਾਂ ਦੇ ਉੱਤੇ ਗੱਲ ਹੋਣੀ ਚਾਹੀਦੀ ਹੈ। ਜੀ। ਮੈਂ ਇਸ ਨਾਟਕ ਦੇ ਜ਼ਰੀਏ ਇੱਕ ਘਰ ਦੇ ਵਿੱਚ ਕੰਮ ਕਰਨ ਵਾਲੀ ਜਿਹੜੀ ਔਰਤ ਹੈ ਉਹ ਕਿਸ ਤਰੀਕੇ ਨਾਲ ਸਮਾਜ ਨੂੰ ਦੇਖਦੀ ਹੈ, ਕਿਸ ਤਰੀਕੇ ਨਾਲ ਲਿਟਰੇਚਰ ਤੱਕ ਪਹੁੰਚਦੀ ਹੈ, ਮੈਂ ਉਹ ਕਹਿਣ ਦੀ ਕੋਸ਼ਿਸ਼ ਕੀਤੀ ਹੈ ਕਿ ਲਿਟਰੇਚਰ ਦੇ ਜ਼ਰੀਏ ਤੁਸੀਂ ਆਪਣੀ ਜ਼ਿੰਦਗੀ ਨੂੰ ਹੋਰ ਖੂਬਸੂਰਤ ਬਣਾ ਸਕਦੇ ਹੋ, ਬਹੁਤ ਕੁਝ ਬਦਲ ਸਕਦੇ ਹੋ। ਸੋ ਇਹੀ ਕਹਿਣ ਦੀ ਕੋਸ਼ਿਸ਼ ਹੈ ਕਿ ਸਾਨੂੰ ਆਪਣਾ ਆਪ ਲੱਭਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਸੋ ਲੱਭਾਂਗੇ ਤਾਂ ਅੱਗੇ ਤੁਰਾਂਗੇ। ਇਹ ਜਿਹੜੀ ਗੁੰਮਸ਼ੁਦਾ ਔਰਤ ਹੈ, ਇਹ ਮੈਂ ਦਰਸ਼ਕਾਂ ਨੂੰ ਦੱਸਣਾ ਚਾਹਾਂਗੀ ਕਿ ਇਹਨਾਂ ਨੇ ਬੜੇ ਹੀ ਖੂਬਸੂਰਤ ਤਰੀਕੇ ਨਾਲ ਉਹਦੇ ਹਾਵ ਭਾਵ ਜਾਂ ਉਹਨੂੰ ਇੱਕ ਪਾਤਰੀ ਜਿਹੜਾ ਨਾਟਕ ਸੀ ਉਹਦੇ ਵਿੱਚ ਦਰਸਾਇਆ ਹੈ, ਪਰ ਕਿਤੇ ਵੀ ਸਾਨੂੰ ਇਹ ਮਹਿਸੂਸ ਨਹੀਂ ਹੋਇਆ ਵੀ ਇਹ ਇੱਕ ਪਾਤਰੀ ਨਾਟਕ ਹੈ। ਅਨੀਤਾ ਜੀ, ਵਿਨੀਪੈਗ ਦੇ ਵਿੱਚ ਪਹਿਲਾਂ ਵੀ ਤੁਸੀਂ ਇੱਕ ਪਾਤਰੀ ਨਾਟਕ ਕਰਕੇ ਗਏ ਹੋ ਅਤੇ ਇਹ ਗੁੰਮਸ਼ੁਦਾ ਔਰਤ ਇਹ ਵੀ ਇੱਕ ਪਾਤਰੀ ਨਾਟਕ ਹੈ। ਕੀ ਰੰਗਮੰਚ ਕਰਮੀਆਂ ਲਈ ਇਹ ਇੱਕ ਚੈਲੰਜ ਨਹੀਂ ਹੈ ਜਾਂ ਕੋਈ ਮਜਬੂਰੀ ਕਹਿ ਸਕਦੇ ਹਾਂ ਇੱਕ ਪਾਤਰੀ ਨਾਟਕ ਨੂੰ? ਤੁਸੀਂ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ? ਨਹੀਂ, ਮੈਂ ਮਜਬੂਰੀ ਨਹੀਂ ਕਹਾਂਗੀ ਜੀ, ਕਿਉਂਕਿ ਰੰਗਮੰਚ ਦੇ ਵਿੱਚ ਬੜੇ ਐਕਸਪੈਰੀਮੈਂਟ ਹੁੰਦੇ ਨੇ। ਇਹ ਵੀ ਇੱਕ ਐਕਸਪੈਰੀਮੈਂਟ ਮੈਂ ਕਰਨ ਦੀ ਕੋਸ਼ਿਸ਼ ਕੀਤੀ ਸੀ। ਮੇਰਾ ਪਹਿਲਾ ਨਾਟਕ ਸੀਗਾ ਚਿੜੀ ਦੀ ਅੰਬਰ ਵੱਲ ਉਡਾਨ। ਡਾਕਟਰ ਗੁਰਮਿੰਦਰ ਸਿੱਧੂ ਦੀ ਪੋਇਟਰੀ ਦੇ ਉੱਤੇ ਆਧਾਰਿਤ ਉਹ ਨਾਟਕ ਹੈ ਅਤੇ ਉਹ ਅਸੀਂ ਅੱਧੇ ਘੰਟੇ ਦਾ ਨਾਟਕ ਸੀ, ਉਹ ਅਸੀਂ ਤਿਆਰ ਕੀਤਾ ਸੀਗਾ। ਉਹਦੇ ਬਹੁਤ ਸਾਰੇ ਸ਼ੋਅਜ਼ ਹੋਏ ਨੇ, 126 ਸ਼ੋਅ। ਕਿਸੇ ਸੋਲੋ ਨਾਟਕ ਦੇ 126 ਸ਼ੋਅ ਮੈਨੂੰ ਨਹੀਂ ਲੱਗਦਾ ਕਿਸੇ ਦੇ ਹੋ ਪਾਏ ਹੋਣਗੇ। ਅਤੇ ਦੂਸਰਾ ਮੈਂ ਨਾਟਕ ਤਿਆਰ ਕੀਤਾ ਸੀ ਮਨ ਮਿੱਟੀ ਦਾ ਬੋਲਿਆ, ਦਿੱਲੀ ਰੋਡ 'ਤੇ ਇੱਕ ਹਾਦਸਾ, ਅਤੇ ਇਹ ਚੌਥਾ ਨਾਟਕ ਹੈ ਮੇਰਾ ਗੁੰਮਸ਼ੁਦਾ ਔਰਤ। ਸੋਲੋ ਨਾਟਕ ਦੀ ਇੱਕ ਤਾਂ ਹੁੰਦਾ ਹੈ ਕਿ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਵੱਡੀ ਟੀਮ ਨਾਲ ਕੰਮ ਨਹੀਂ ਕਰ ਪਾ ਰਹੇ ਜਾਂ ਤੁਸੀਂ ਕਿਤੇ ਲੈ ਕੇ ਨਹੀਂ ਜਾ ਰਹੇ। ਜਿਹੜਾ ਮੇਰਾ ਮਕਸਦ ਸੀਗਾ ਦੂਸਰਾ ਸੋਲੋ ਨਾਟਕ ਕਰਨ ਦਾ, ਮਨ ਮਿੱਟੀ ਦਾ ਬੋਲਿਆ, ਉਹ ਇਹ ਸੀਗਾ ਕਿ ਉਹਦੇ ਵਿੱਚ ਜੋ ਅੱਜ ਕੱਲ੍ਹ ਸਾਡੀ ਸੁਸਾਇਟੀ ਦੇ ਵਿੱਚ ਰੇਪ ਕੇਸਿਸ ਨੂੰ ਲੈ ਕੇ ਕਿੰਨਾ ਕੁਝ ਹੋ ਰਿਹਾ ਹੈ, ਤਾਂ ਮੈਂ ਉਸ ਇਸ਼ੂ ਦੇ ਉੱਤੇ ਕੰਮ ਕਰਨਾ ਚਾਹੁੰਦੀ ਸੀਗੀ। ਅਤੇ ਮੇਰੇ ਕੋਲ ਇੱਕੋ ਇੱਕ ਹਥਿਆਰ ਹੈ, ਮੇਰਾ ਨਾਟਕ, ਜਿਹਦੇ ਜ਼ਰੀਏ ਮੈਂ ਲੋਕਾਂ ਤੱਕ ਆਪਣਾ ਮੈਸੇਜ ਲੈ ਕੇ ਜਾ ਸਕਦੀ ਹਾਂ। ਅਤੇ ਮੈਂ ਸ਼ਬਦੀਸ਼ ਨੂੰ ਕਿਹਾ ਕਿ ਮੈਨੂੰ ਬਹੁਤ ਥੋੜ੍ਹੇ ਪਾਤਰਾਂ ਦੇ ਵਿੱਚ ਇਸ ਨਾਟਕ ਨੂੰ ਲਿਖ ਕੇ ਦਿਓ ਤਾਂ ਕਿ 3-4 ਕੁੜੀਆਂ ਹੀ ਹੋਈਏ ਅਸੀਂ ਇਸ ਇਸ਼ੂ ਨੂੰ ਲੈ ਕੇ ਜਾ ਸਕੀਏ। ਚੰਡੀਗੜ੍ਹ, ਪੰਜਾਬ, ਸਕੂਲਾਂ ਕਾਲਜਾਂ ਦੇ ਵਿੱਚ ਇਹ ਇਸ਼ੂ ਲੈ ਕੇ ਜਾਈਏ। ਉਹ ਕਰਦੇ ਕਰਾਉਂਦੇ ਲੜਕੀਆਂ ਨਾਲ ਗੱਲ ਕੀਤੀ, ਕੁਛ ਪ੍ਰੋਬਲਮ ਸੀਗੀਆਂ, ਕਿਸੇ ਦੀ ਕੰਟੀਨਿਊਟੀ 'ਚ ਨਹੀਂ ਜਾ ਪਾਉਂਦੀਆਂ ਸੀ। ਸੋ ਮਤਲਬ ਉਹ ਨਹੀਂ ਮੈਨੇਜ ਹੋਇਆ। ਫਿਰ ਮੈਂ ਕਿਹਾ ਮੈਂ ਇਕੱਲੀ ਕਰੂੰਗੀ ਤਾਂ ਕਿ ਮੈਂ ਉਹ ਸੁਨੇਹਾ ਲੈ ਕੇ ਜਾ ਸਕਾਂ, ਵੱਧ ਤੋਂ ਵੱਧ ਉਹਨੂੰ ਖੇਡ ਸਕਾਂ। ਜਦੋਂ ਤੁਹਾਡੀ ਜ਼ਿਆਦਾ ਕਾਸਟ ਹੁੰਦੀ ਹੈ ਤੁਹਾਨੂੰ ਜਾਣਾ ਆਉਣਾ ਮੁਸ਼ਕਿਲ ਹੁੰਦਾ ਹੈ। ਕਈ ਵਾਰੀ ਤੁਹਾਡੀ ਇੱਛਾ ਹੁੰਦੀ ਹੈ, ਤੁਸੀਂ ਬੁੱਕ ਕਰ ਲੈਂਦੇ ਹੋ ਸ਼ੋਅ, ਅਤੇ ਤੁਹਾਡੀ ਟੀਮ ਦੇ ਵਿੱਚੋਂ ਹੀ ਕੋਈ ਨਾ ਕੋਈ ਆਰਟਿਸਟ ਬਿਜ਼ੀ ਹੁੰਦਾ ਹੈ। ਤਾਂ ਇਹ ਬੈਕਗਰਾਊਂਡ ਜਿਹੜੀਆਂ ਦਿੱਕਤਾਂ ਹੁੰਦੀਆਂ ਨੇ ਬਹੁਤ ਜ਼ਿਆਦਾ ਹੁੰਦੀਆਂ ਨੇ ਥੀਏਟਰ ਦੇ ਵਿੱਚ। ਫਿਰ ਉਸ ਕੈਰੈਕਟਰ ਨੂੰ, ਉਸ ਕਿਰਦਾਰ ਨੂੰ ਮੈਨੇਜ ਕਰਨਾ, ਕਿਸੇ ਨਵੇਂ ਆਰਟਿਸਟ ਨੂੰ ਤਿਆਰ ਕਰਵਾਉਣਾ ਬਹੁਤ ਵੱਡਾ ਕੰਮ ਹੋ ਜਾਂਦਾ ਹੈ। ਪਰ ਮੇਰਾ ਮਤਲਬ ਇਹ ਵੀ ਨਹੀਂ ਹੈਗਾ ਕਿ ਅਸੀਂ ਇਸ ਕਰਕੇ ਹੀ ਸੋਲੋ ਨਾਟਕ ਕਰਦੇ ਹਾਂ, ਨਹੀਂ। ਥੀਏਟਰ ਦੇ ਵਿੱਚ ਬੜੇ ਐਕਸਪੈਰੀਮੈਂਟ ਹੁੰਦੇ ਨੇ। ਸੋਲੋ ਦੇ ਜ਼ਰੀਏ ਜੇ ਤੁਸੀਂ ਆਪਣੀ ਗੱਲ ਕਹਿਣ 'ਚ ਸਫਲ ਹੋ ਗਏ ਹੋ ਦੈਨ ਫਿਰ ਤੁਹਾਨੂੰ ਲੋੜ ਕੀ ਹੈਗੀ ਹੈ ਵੱਡੀ ਟੀਮ ਦੀ। ਪਰ ਕੁਛ ਨਾਟਕ ਇਹੋ ਜਿਹੇ ਨੇ ਜਿਹੜੇ ਵੱਡੀ ਟੀਮ 'ਚ ਹੀ ਸੂਟੇਬਲ ਨੇ, ਉਹ ਪੋਸੀਬਲ ਹੀ ਨਹੀਂ ਹੈ ਛੋਟੀ ਟੀਮ 'ਚ ਜਾਂ ਸੋਲੋ ਦੇ ਵਿੱਚ। ਸੋ ਉਹ ਇੱਕ ਸਾਹਿਤ ਦੀ ਇੱਕ ਆਪਣੀ ਵਿਧਾ, ਉਹਦੇ ਉੱਤੇ ਵੀ ਡਿਪੈਂਡ ਕਰਦਾ ਹੈ ਕਿ ਕਿਹੜਾ ਨਾਟਕ ਕਿਸ ਤਰੀਕੇ ਨਾਲ ਖੇਡਿਆ ਜਾ ਸਕਦਾ ਹੈ। ਅਤੇ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਮੈਂ ਜਿੰਨੇ ਵੀ ਸੋਲੋ ਨਾਟਕ ਕੀਤੇ ਨੇ ਉਹਨਾਂ ਸਾਰਿਆਂ ਨੂੰ ਭਰਵਾਂ ਹੁੰਗਾਰਾ ਮਿਲਿਆ। ਮੈਨੂੰ ਇਸ ਨਾਟਕ ਦਾ ਫਿਕਰ ਸੀ, ਪਰ ਕੱਲ੍ਹ ਦਰਸ਼ਕਾਂ ਨੇ ਬਹੁਤ ਅੱਛਾ ਹੁੰਗਾਰਾ ਦਿੱਤਾ। ਤੁਸੀਂ ਕਮਾਲ ਕਰ ਦਿੱਤੀ ਕੱਲ੍ਹ। ਹਾਂਜੀ, ਥੈਂਕ ਯੂ। ਥੋੜ੍ਹਾ ਪਿੱਛੇ ਚੱਲਦੇ ਹਾਂ, ਜਲੰਧਰ ਦੂਰਦਰਸ਼ਨ ਤੋਂ ਗੱਲ ਕਰੀਏ। ਕਿਹੜਾ ਪਸੰਦੀਦਾ? ਕਿਉਂਕਿ ਜਦੋਂ ਮੈਂ ਸੋਚਦੀ ਅਨੀਤਾ ਸ਼ਬਦੀਸ਼ ਅਤੇ ਉਹ ਮੈਨੂੰ ਜਲੰਧਰ ਦੂਰਦਰਸ਼ਨ 'ਤੇ ਹੀ ਤੁਹਾਡਾ ਫੇਸ ਜਿਹੜਾ ਉਹੀ ਪਹਿਲਾਂ ਅੱਖਾਂ ਦੇ ਅੱਗੇ ਆਉਂਦਾ। ਹਾਂਜੀ, ਕਿਹੜਾ ਤੁਹਾਡਾ ਪਸੰਦੀਦਾ ਕਰੈਕਟਰ ਹੈ? ਬਿਲਕੁਲ ਜੀ, ਮੇਰਾ ਨਾ ਦੂਰਦਰਸ਼ਨ ਨਾਲ ਰਿਸ਼ਤਾ ਬਹੁਤ ਪੁਰਾਣਾ ਹੈ। ਮੈਂ ਥੀਏਟਰ ਕਰਦੇ ਕਰਦੇ ਦੂਰਦਰਸ਼ਨ 'ਤੇ ਗਈ ਸੀ, ਔਰ ਮੈਨੂੰ ਦੂਰਦਰਸ਼ਨ 'ਤੇ ਜਾਣ ਦਾ ਕੋਈ ਪਤਾ ਵੀ ਨਹੀਂ ਸੀ ਕਿ ਕੀ ਜ਼ਰੀਆ, ਕਿਸ ਤਰੀਕੇ ਨਾਲ ਉੱਥੇ ਆਡੀਸ਼ਨ ਹੁੰਦੇ ਨੇ, ਕਿਵੇਂ ਤੁਸੀਂ ਪਹੁੰਚਦੇ ਹੋ। ਮੈਨੂੰ ਯਾਦ ਹੈ ਹੁਸ਼ਿਆਰਪੁਰ ਸਾਈਡ 'ਤੇ ਅਸੀਂ ਇੱਕ ਨਾਟਕ ਕੀਤਾ ਸੀਗਾ, ਉਸ ਨੂੰ ਕਹੀਂ, ਅਤੇ ਉੱਥੇ ਮੈਨੂੰ ਬੈਸਟ ਐਕਟਰਸ ਦਾ ਅਵਾਰਡ ਦਿੱਤਾ ਗਿਆ। ਅਤੇ ਉੱਥੇ ਜਿਹੜੇ ਆਏ ਹੋਏ ਸੀ ਗੁਲਸ਼ਨ ਢੀਂਗਰਾ ਜੀ, ਉਹਨਾਂ ਨੇ ਫਿਰ ਸਟੇਜ ਤੋਂ ਅਨਾਊਂਸ ਕੀਤਾ ਵੀ ਇਹ ਆਰਟਿਸਟ ਦੂਰਦਰਸ਼ਨ 'ਤੇ ਆਉਣ ਤਾਂ ਕਿ ਅੱਗੇ ਹੋਰ ਕੰਮ ਕਰ ਸਕਣ।
ਉਸ ਤੋਂ ਬਾਅਦ ਮੈਂ ਜਸਵੰਤ ਦੀਪ ਜੀ ਦੇ ਨਾਲ ਬਹੁਤ ਕੰਮ ਕੀਤਾ, ਬੜੀਆਂ ਕਹਾਣੀਆਂ ਕੀਤੀਆਂ। ਅਤੇ ਉਹਨਾਂ ਦੇ ਨਾਲ ਹੀ ਇੱਕ ਪਾਰੋ ਦੀ ਮੁਸਕਾਨ ਸੀ, ਜਿਹੜਾ ਕਿ ਗੁਰਪ੍ਰੀਤ ਘੁੱਗੀ, ਮੈਂ, ਹੋਰ ਵੀ ਬਹੁਤ ਸਾਰੇ ਆਰਟਿਸਟ ਸੀਗੇ। ਅਤੇ ਉਹ ਬਹੁਤ ਹਿੱਟ ਹੋਇਆ ਸੀਗਾ, 4 ਐਪੀਸੋਡ ਦਾ ਸੀਰੀਅਲ ਸੀਗਾ ਉਹ, ਅਤੇ ਬਹੁਤ ਪਸੰਦੀਦਾ ਸੀਗਾ। ਅਤੇ ਉਸ ਤੋਂ ਬਾਅਦ ਮੈਂ ਇੱਕ ਪੁਨੀਤ ਸਹਿਗਲ ਜੀ ਦੇ ਨਾਲ ਕੀਤਾ ਸੀਗਾ ਇੱਕ ਸੀਰੀਅਲ ਭਾਗਾਂ ਵਾਲੀਆਂ। ਉਸ ਨਾਟਕ ਨੂੰ ਬਹੁਤ ਐਪਰੀਸ਼ੀਏਸ਼ਨ ਮਿਲੀ, ਬਹੁਤ ਪਸੰਦ ਕੀਤਾ ਗਿਆ, ਕਿਉਂਕਿ ਉਹ ਪਹਿਲਾ ਲੰਬਾ ਸੀਰੀਅਲ ਸੀ ਡੇਲੀ ਸੋਪ ਦੂਰਦਰਸ਼ਨ ਦੇ ਉੱਤੇ। ਮੈਂ ਉਹਦੇ 'ਚ ਨੈਗੇਟਿਵ ਕਿਰਦਾਰ ਪਹਿਲੀ ਵਾਰੀ ਕੀਤਾ। ਜਦੋਂ ਮੈਨੂੰ ਉਹ ਕਿਰਦਾਰ ਆਫਰ ਹੋਇਆ ਸੀ ਤਾਂ ਮੈਂ ਕਿਹਾ ਵੀ ਮੈਨੂੰ ਨਹੀਂ ਲੱਗਦਾ ਕਿ ਮੈਂ ਇਨਸਾਫ ਕਰ ਪਾਊਂਗੀ ਨੈਗੇਟਿਵ ਕਿਰਦਾਰ ਦੇ ਨਾਲ, ਵੀ ਮੈਂ ਨਹੀਂ ਕਰਾਂਗੀ, ਤੁਸੀਂ ਕੋਈ ਹੋਰ ਰੋਲ ਦਿਓ ਮੈਨੂੰ। ਉਹ ਕਹਿੰਦੇ ਨਹੀਂ, ਅਸੀਂ ਡਿਸਾਈਡ ਕਰ ਚੁੱਕੇ ਹਾਂ, ਤੁਸੀਂ ਹੀ ਕਰੋਗੇ। ਅਤੇ ਉਹ ਸੀਰੀਅਲ ਮੈਂ ਕੀਤਾ, ਔਰ ਉਹ ਜਿਹੜਾ ਕਿਰਦਾਰ ਸੀਗਾ ਉਹ ਮੈਨੂੰ ਬਹੁਤ ਪਸੰਦ ਆਇਆ। ਲੋਕਾਂ ਨੇ ਬਹੁਤ ਐਪਰੀਸ਼ੀਏਟ ਕੀਤਾ, ਮਤਲਬ ਬਹੁਤ ਗਾਲਾਂ ਕੱਢੀਆਂ, ਕਿਉਂਕਿ ਉਹ ਨੈਗੇਟਿਵ ਕਿਰਦਾਰ ਸੀ। ਸੋ ਮੈਂ ਇੱਕ ਨਾਟਕ ਕਰਨ ਗਈ ਸੀ ਜਲਾਲਾਬਾਦ ਸਾਈਡ 'ਤੇ, ਉੱਥੇ ਮੈਨੂੰ ਉਹਨਾਂ ਨੇ ਕਿਹਾ, ਬੇਟਾ ਤੂੰ ਇਹੋ ਜਿਹੇ ਰੋਲ ਨਾ ਕਰਿਆ ਕਰ। ਮੈਂ ਹੈਰਾਨ ਹੋ ਗਈ ਵੀ ਇਹੋ ਜਿਹੇ ਰੋਲ ਕਿਹੜੀ ਦੀ ਗੱਲ ਕਰ ਰਹੇ ਹੋ ਤੁਸੀਂ। ਕਹਿੰਦੇ ਜਦੋਂ ਤੂੰ ਆਉਂਦੀ ਹੈ ਨਾ ਐਂ ਗੁੱਤ ਨੂੰ ਐਂ ਘੁਮਾਉਂਦੀ ਹੋਈ ਉੱਥੇ, ਤਾਂ ਸਾਰੀਆਂ ਬੀਬੀਆਂ ਤੈਨੂੰ ਗਾਲਾਂ ਕੱਢਦੀਆਂ, ਸਾਨੂੰ ਚੰਗਿਆ ਨਹੀਂ ਲੱਗਦਾ। ਸੋ ਉਹ ਮਤਲਬ ਕਿਰਦਾਰ ਨੂੰ ਗਾਲਾਂ ਕੱਢ ਰਹੀਆਂ ਹੁੰਦੀਆਂ ਨੇ, ਮਤਲਬ ਉਹ ਕਿਰਦਾਰ ਨੂੰ ਬਹੁਤ ਅੱਛਾ ਪਿਆਰ ਮਿਲਿਆ, ਵਧੀਆ ਲੱਗਿਆ ਮੈਨੂੰ। ਉਹ ਭਾਗਾਂ ਵਾਲੀਆਂ ਸੀਰੀਅਲ ਬਹੁਤ ਪਸੰਦ ਆਇਆ ਸੀ ਜੀ। ਅਤੇ ਜੇ ਗੱਲ ਕਰੀਏ ਹੁਣ ਆਪਣੇ ਆਪ ਨੂੰ ਰੰਗਮੰਚ 'ਤੇ ਕਿੱਥੇ ਕੁ ਮਹਿਸੂਸ ਕਰਦੇ ਹੋ, ਜਾਂ ਅੱਗੇ ਤੁਹਾਡਾ ਜਿਹੜਾ ਸਫ਼ਰ ਹੈ ਉਹ ਕਿੱਥੋਂ ਤੱਕ ਤੁਸੀਂ ਸੋਚਦੇ ਹੋ ਵੀ ਮੈਨੂੰ ਤੈਅ ਕਰਨਾ ਚਾਹੀਦਾ? ਦੇਖੋ, ਮੈਂ ਕੁਝ ਵੀ ਐਸਾ ਪਲਾਨ ਨਹੀਂ ਕੀਤਾ ਹੋਇਆ ਕਿ ਮੈਂ ਟਾਰਗੇਟ ਮਿੱਥਿਆ ਹੋਇਆ ਅਤੇ ਇੱਥੋਂ ਤੱਕ ਪਹੁੰਚਣਾ ਅਤੇ ਉਦੋਂ ਬਾਅਦ ਖੜ੍ਹ ਜਾਣਾ। ਮੈਂ ਸਮੂਥਲੀ ਜ਼ਿੰਦਗੀ ਦੇ ਵਿੱਚ ਕੰਮ ਕਰਨਾ ਚਾਹੁੰਦੀ ਹਾਂ, ਰੰਗਮੰਚ ਦੀ ਦੁਨੀਆ ਦੇ ਵਿੱਚ ਹੀ ਰਹਿਣਾ ਚਾਹੁੰਦੀ ਹਾਂ। ਮੇਰਾ ਇੰਨਾ ਕੁ ਜ਼ਰੂਰ ਹੈਗਾ ਕਿ ਮੈਂ ਜਿੰਨੇ ਵੱਧ ਤੋਂ ਵੱਧ ਲੋਕਾਂ ਨੂੰ ਥੀਏਟਰ ਨਾਲ ਜੋੜ ਸਕਾਂ, ਉਹ ਮੇਰੀ ਕੋਸ਼ਿਸ਼ ਹਮੇਸ਼ਾ ਜਾਰੀ ਸੀ ਅਤੇ ਜਾਰੀ ਰਹੇਗੀ ਹਮੇਸ਼ਾ। ਮੇਰੇ ਕੋਲ ਸੁਚੇਤਕ ਸਕੂਲ ਆਫ ਐਕਟਿੰਗ ਹੈ, ਮੈਂ ਨਵੇਂ ਬੱਚਿਆਂ ਨੂੰ ਟ੍ਰੇਨ ਕਰਦੀ ਹਾਂ ਥੀਏਟਰ ਦੇ ਵਿੱਚ, ਅਤੇ ਉਹ ਬੱਚੇ ਥੀਏਟਰ ਨਾਲ ਕਿੰਨਾ ਕੁ ਜੁੜ ਪਾਉਂਦੇ ਨੇ ਉਹ ਤਾਂ ਵਕਤ ਹੀ ਦੱਸਦਾ ਹੁੰਦਾ। ਪਰ ਮੇਰੀ ਕੋਸ਼ਿਸ਼ ਹਮੇਸ਼ਾ ਰਹਿੰਦੀ ਹੈ ਕਿ ਮੈਂ ਨਵੀਂ ਜਨਰੇਸ਼ਨ ਨੂੰ ਵੱਧ ਤੋਂ ਵੱਧ ਥੀਏਟਰ ਦੇ ਨਾਲ ਜੋੜਾਂ। ਅਨੀਤਾ ਜੀ, ਗੁਰਸ਼ਰਨ ਸਿੰਘ ਮੈਮੋਰੀਅਲ ਜਿਹੜੀ ਤੁਹਾਡੀ ਗੈਲਰੀ ਹੈ, ਉਹਦੇ ਬਾਰੇ ਵੀ ਸਾਡੇ ਦਰਸ਼ਕਾਂ ਨੂੰ ਜ਼ਰੂਰ ਦੱਸੋ। ਬਿਲਕੁਲ ਜੀ, ਗੁਰਸ਼ਨ ਭਾਜੀ ਦੇ ਉੱਤੇ ਬਹੁਤ ਸਾਰਾ ਕੰਮ ਕਰਨ ਦੀ ਲੋੜ ਹੈ, ਔਰ ਜਿੰਨਾ ਕੁ ਅਸੀਂ ਕੋਸ਼ਿਸ਼ ਕਰ ਸਕੇ ਹਾਂ ਉਹ ਕੀਤਾ ਹੈ। ਗੁਰਸ਼ਨ ਭਾਜੀ ਦੇ ਨਾਮ ਦੇ ਉੱਤੇ ਇੱਕ ਅਸੀਂ ਥੀਏਟਰ ਫੈਸਟੀਵਲ ਕਰਦੇ ਹਾਂ, ਉਹਨਾਂ ਨੂੰ ਔਨਰ ਕਰਨ ਲਈ ਕੀਤਾ ਸੀ, ਜਿਹੜਾ ਕਿ ਪਿਛਲੇ 19 ਸਾਲਾਂ ਤੋਂ ਲਗਾਤਾਰ ਚੱਲਦਾ ਆ ਰਿਹਾ। ਭਾਜੀ ਦੀ ਫੋਟੋ ਗੈਲਰੀ ਬਣਾਈ ਸੀ ਅਸੀਂ, ਬਹੁਤ ਛੋਟੀ ਜੀ ਪਹਿਲਾਂ, ਪਰ ਉਹਨਾਂ ਦੇ ਜਾਣ ਤੋਂ ਬਾਅਦ 2011 'ਚੋਂ ਚਲੇ ਗਏ ਸੀ। ਫਿਰ 2012 ਦੇ ਵਿੱਚ ਅਸੀਂ ਪ੍ਰੋਪਰ ਇੱਕ ਫੋਟੋ ਗੈਲਰੀ ਡਿਜ਼ਾਈਨ ਕੀਤੀ, ਜਿੱਥੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਹੁਣ ਵੱਧ ਤੋਂ ਵੱਧ ਕੀ ਕੁਝ ਉਹਨਾਂ ਦਾ ਸੰਭਾਲਿਆ ਜਾ ਸਕਦਾ ਹੈ। ਕਿਉਂਕਿ ਦੇਖੋ, ਗੁਰਸ਼ਨ ਭਾਜੀ ਨੇ ਬਹੁਤ ਵੱਡੇ ਪੱਧਰ 'ਤੇ ਕੰਮ ਕੀਤਾ ਹੈ ਪੰਜਾਬ ਦੇ ਵਿੱਚ, ਅਤੇ ਮੈਨੂੰ ਲੱਗਦਾ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਸ ਗੱਲ ਦਾ ਅਹਿਸਾਸ ਹੋਣਾ ਚਾਹੀਦਾ ਹੈ ਕਿ ਕੋਈ ਪਰਸਨ ਇਸ ਟਾਈਪ ਨਾਲ ਕੰਮ ਕਰਦਾ ਰਿਹਾ ਹੈ, ਆਪਣੇ ਨਿੱਜੀ ਕੰਮਾਂ ਨੂੰ ਛੱਡ ਕੇ, ਆਪਣੇ ਸਵਾਰਥ ਨੂੰ ਛੱਡ ਕੇ ਪਿੰਡ ਜਾ ਕੇ ਇੱਕ ਸੁਨੇਹਾ ਦਿੱਤਾ ਉਹਨਾਂ ਨੇ। ਸੋ ਮੇਰੀ ਕੋਸ਼ਿਸ਼ ਸੀ ਕਿ ਇੱਕ ਛੋਟੀ ਜਿਹੀ ਗੈਲਰੀ ਕਿਤੇ ਬਣਾਈ ਜਾਵੇ, ਤਾਂ ਅਸੀਂ ਮੋਹਾਲੀ ਦੇ ਵਿੱਚ ਇੱਕ ਛੋਟਾ ਜਿਹਾ ਕਮਰਾ ਕਿਤੇ ਲੈ ਕੇ ਉੱਥੇ ਸਾਰੰਗ ਲੋਕ ਦੇ ਵਿੱਚ 11 ਫੇਸ 'ਚ ਉੱਥੇ ਸਟਾਰਟ ਕੀਤੀ ਸੀ 2012 ਦੇ ਵਿੱਚ, 16 ਸਤੰਬਰ 2012 'ਚ। ਪਰ ਹੁਣ ਉਹ ਗੈਲਰੀ ਉਹਨਾਂ ਦੇ ਆਪਣੇ ਘਰ ਦੇ ਵਿੱਚ ਹੈ, 1245 43B ਚੰਡੀਗੜ੍ਹ ਦੇ ਵਿੱਚ। ਉਹਨਾਂ ਦੀਆਂ ਬੇਟੀਆਂ ਦੀ ਹੀ ਇਹ ਰਾਏ ਸੀ ਕਿ ਉਹ ਗੈਲਰੀ ਜਿਹੜੀ ਹੈ ਪਾਪਾ ਦੀ, ਉਹ ਘਰੇ ਸ਼ਿਫਟ ਕਰ ਦਿੱਤੀ ਜਾਵੇ, ਕਿਉਂਕਿ ਘਰ ਕੁਛ ਦੇਰ ਤੋਂ ਬੰਦ ਪਿਆ ਸੀਗਾ, ਅਤੇ ਹੁਣ ਉਹ ਗੈਲਰੀ ਚੰਡੀਗੜ੍ਹ ਦੇ ਵਿੱਚ ਸਥਾਪਿਤ ਹੈ। ਮੈਂ ਜ਼ਰੂਰ ਕਹਿਣਾ ਚਾਹਾਂਗੀ ਦਰਸ਼ਕਾਂ ਨੂੰ ਕਿ ਜਿਹੜੇ ਵੀ ਚੰਡੀਗੜ੍ਹ 'ਚ ਕਦੀ ਆਉਣ, ਇੱਧਰੋਂ ਵੀ ਕੋਈ ਜਾਵੇ ਤਾਂ ਪਲੀਜ਼ ਉਸ ਗੈਲਰੀ ਨੂੰ ਜ਼ਰੂਰ ਵਿਜ਼ਿਟ ਕਰਨਾ। ਮੈਂ ਇੱਕ ਗੱਲ ਹਮੇਸ਼ਾ ਹੀ ਕਹਿੰਦੀ ਹਾਂ ਕਿ ਜੇ ਸ਼ੇਕਸਪੀਅਰ ਦਾ ਘਰ ਸੰਭਾਲਿਆ ਜਾ ਸਕਦਾ ਹੈ ਤਾਂ ਸਾਡੇ ਕੋਲ ਬਹੁਤ ਸ਼ੇਕਸਪੀਅਰ ਬੈਠੇ ਨੇ, ਉਹਨਾਂ ਨੂੰ ਸੰਭਾਲਣ ਦੀ ਲੋੜ ਹੈ। ਸੋ ਇਹ ਕੋਸ਼ਿਸ਼ ਕੀਤੀ ਹੈ ਇੱਕ। ਉਹ ਸੰਭਾਲਣ ਨੂੰ ਸਰਕਾਰਾਂ ਦਾ ਰੋਲ ਵੀ ਜਿਹੜਾ ਉਹ ਬਹੁਤ ਮਹੱਤਵਪੂਰਨ ਹੈ। ਹਾਂਜੀ, ਉਹਨਾਂ ਦੇ ਸਹਿਯੋਗ ਤੋਂ ਬਿਨਾਂ ਵੀ ਉਹ ਮੁਸ਼ਕਿਲ ਹੈ। ਅਤੇ ਜੇ ਹੁਣ ਪੰਜਾਬ 'ਚ ਮੌਜੂਦਾ ਸਰਕਾਰ ਦੀ ਗੱਲ ਕਰੀਏ, ਭਗਵੰਤ ਮਾਨ ਜੀ ਤੁਹਾਡੇ ਨਾਲ ਸਾਥੀ ਆਰਟਿਸਟ ਰਹੇ ਨੇ, ਈਵਨ ਤੁਹਾਡੇ ਸਟੂਡੈਂਟ ਵੀ ਰਹੇ ਨੇ ਉਸ ਪਲੇ ਦੇ ਵਿੱਚ। ਕੀ ਤੁਸੀਂ ਉਹਨਾਂ ਤੱਕ ਪਹੁੰਚ ਕੀਤੀ ਹੈ ਵੀ ਜਿਹੜੇ ਵੀ ਆਪਣੇ ਰੰਗਮੰਚ ਕਰਮੀ ਜਾਂ ਹੋਰ ਕਲਾਕਾਰ ਨੇ, ਉਹਨਾਂ ਵਾਸਤੇ ਕੀ ਕਰ ਰਹੇ ਹੈ ਜਾਂ ਕੀ ਕੀਤਾ ਜਾਏਗਾ?
ਬਿਲਕੁਲ ਜੀ, ਮੇਰੀ ਕੋਸ਼ਿਸ਼ ਸੀਗੀ ਵੀ, ਅਤੇ ਕਿਉਂਕਿ ਉਮੀਦ ਵੀ ਸੀਗੀ ਕਿ ਇੱਕ ਆਰਟਿਸਟ ਇਸ ਲੈਵਲ ਤੱਕ ਪਹੁੰਚਿਆ ਹੈ। ਪਹਿਲਾਂ ਤਾਂ ਇਸ ਗੱਲ ਦੀ ਖੁਸ਼ੀ ਸੀ ਕਿਉਂਕਿ ਅਸੀਂ ਇਕੱਠੇ ਕੰਮ ਕਰਦੇ ਰਹੇ ਹਾਂ। ਟੀਚਰ ਮੈਂ ਉਹਨਾਂ ਦੀ ਰਹੀ ਹਾਂ, ਪਰ ਉਹ ਸਿਰਫ ਸੀਰੀਅਲ ਦੇ ਵਿੱਚ ਸੀ। ਹਿੰਦੀ ਵਾਲੇ ਭੈਣ ਜੀ। ਹਿੰਦੀ ਵਾਲੇ ਭੈਣ ਜੀ, ਹਾਂਜੀ। ਸੋ ਬਹੁਤ ਸਾਰੇ ਲੋਕਾਂ ਦੇ ਮੈਸੇਜ ਆਉਂਦੇ ਨੇ ਵੀ ਹਿੰਦੀ ਵਾਲੇ ਭੈਣ ਜੀ ਦਾ स्टूडेंट ਉੱਥੋਂ तक पहुँच गया। ਹੁਣ ਤੁਸੀਂ ਵੀ ਜੇ ਹਿੰਦੀ, आप भी अगर हिंदी सीखना चाहते हैं तो आप भी वहाँ पहुँच सकते हैं। ਸੋ ਬਹੁਤ ਸਾਰੇ ਇਸ ਇਸ਼ੂ ਨੂੰ ਲੈ ਕੇ ਮਜ਼ਾਕ ਚੱਲ ਰਹੇ ਸੀ। ਖੈਰ, ਉਹਨਾਂ ਦਾ ਆਪਣਾ ਇੱਕ ਕੰਮ ਕਰਨ ਦਾ ਅੰਦਾਜ਼ ਸੀਗਾ, ਉਦੋਂ ਵੀ ਬਹੁਤ ਫਨੀ ਤਰੀਕੇ ਦੇ ਨਾਲ ਗੱਲਬਾਤ ਕਰਦੇ ਸੀ। ਪਰ ਹੁਣ ਉਮੀਦ ਹੈ ਵੀ ਹੈ ਅਤੇ ਰੱਖਾਂਗੇ ਵੀ ਅਸੀਂ ਕਿ ਕਲਚਰ ਨੂੰ ਲੈ ਕੇ, ਕਿਉਂਕਿ ਇੱਕ ਆਰਟਿਸਟ ਇਸ ਲੈਵਲ ਤੱਕ ਪਹੁੰਚਿਆ ਤੱਕ ਉਹ ਕਲਚਰ ਪੋਲਿਸੀ ਕੀ ਬਣਾ ਪਾਉਣਗੇ। ਮੈਂ ਉਹਨਾਂ ਨੂੰ ਜਿੱਦਣ ਮਿਲਣ ਗਈ ਸੀ, ਵਧਾਈ ਦਿੱਤੀ ਸੀ, ਅਤੇ ਮੈਂ ਤਾਂ ਇਹੀ ਮੰਗ ਰੱਖ ਕੇ ਆਈ ਸੀਗੀ ਕਿ ਕੋਈ ਐਸੀ ਕਲਚਰ ਪੋਲਿਸੀ ਬਣਾਓ ਜਿਹਦੇ ਕਰਕੇ ਕਲਾਕਾਰਾਂ ਨੂੰ ਵੀ ਰਾਹਤ ਮਿਲੇ। ਕਿਉਂਕਿ ਆਰਟਿਸਟ ਜਿਹੜੇ, ਖਾਸ ਕਰਕੇ ਜਿਹੜੇ ਥੀਏਟਰ ਦੇ ਆਰਟਿਸਟ ਨੇ, ਲਗਾਤਾਰ ਥੀਏਟਰ ਦੇ ਵਿੱਚ ਕੰਮ ਕਰਦੇ ਆ ਅਤੇ ਉਹਨਾਂ ਲਈ ਬੜੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਉਹਨਾਂ ਨੂੰ। ਅਤੇ ਓਵਰਆਲ ਕਲਚਰ ਦੀ ਗੱਲ ਕੀਤੀ ਜਾਵੇ ਤਾਂ ਇੱਕ ਕਲਚਰ ਪੋਲਿਸੀ ਹੋਣੀ ਜ਼ਰੂਰੀ ਹੈ। ਸੋ ਅਸੀਂ ਆਪਣੀ ਮੰਗ ਰੱਖ ਕੇ ਆਏ ਹਾਂ। ਹੁਣ ਕਦੋਂ ਪੂਰੀ ਹੁੰਦੀ ਹੈ ਇਹ ਤਾਂ ਹੁਣ ਵਕਤ ਹੀ ਦੱਸੇਗਾ ਜੀ। ਅਤੇ ਜੇ ਹੁਣ ਗੱਲ ਕਰ ਰਹੇ ਸੀ ਵੀ ਰੰਗਮੰਚ ਦੇ ਕਰਮਚਾਰੀਆਂ ਨੂੰ ਕਈ ਮੁਸ਼ਕਿਲਾਂ ਆਉਂਦੀਆਂ ਨੇ, ਪਰ ਔਰਤ ਹੋਣ ਦੇ ਕਰਕੇ ਤੁਸੀਂ ਕਿਸ ਤਰ੍ਹਾਂ ਦੀਆਂ ਮੁਸ਼ਕਿਲਾਂ ਜਿਹੜੀਆਂ ਨੇ ਉਹ ਫੇਸ ਕੀਤੀਆਂ ਨੇ, ਜਾਂ ਉਹਦੇ ਬਾਰੇ ਜਿਹੜੀ ਕੋਈ ਗੱਲਬਾਤ ਸਾਡੇ ਦਰਸ਼ਕਾਂ ਨਾਲ ਕਰਨੀ ਚਾਹੋਗੇ? ਦੇਖੋ, ਬੀਇੰਗ ਏ ਫੀਮੇਲ ਆਰਟਿਸਟ ਮੈਨੂੰ ਪਰਸਨਲੀ ਕੋਈ ਦਿੱਕਤ ਨਹੀਂ ਆਈ, ਪਰਿਵਾਰ ਵੱਲੋਂ ਵੀ ਨਹੀਂ ਆਈ, ਨਾ ਪੇਰੈਂਟਸ ਵੱਲੋਂ, ਨਾ ਇਨ-ਲॉज ਵੱਲੋਂ, ਅਤੇ ਨਾ ਹੀ ਮੈਨੂੰ ਕੋਈ ਆਪਣੇ ਸੋਸ਼ਲ ਇਸ਼ੂਜ਼ ਨੂੰ ਲੈ ਕੇ ਜਾਂ ਆਪਣੇ ਸਮਾਜ ਦੇ ਵਿੱਚ ਕੋਈ, ਜਿਨ੍ਹਾਂ ਕਲਾਕਾਰਾਂ ਦੇ ਨਾਲ ਮੈਂ ਵਿਚਰ ਰਹੀ ਸੀ, ਕਦੀ ਕੋਈ ਦਿੱਕਤ ਨਹੀਂ ਆਈ। ਤੁਸੀਂ ਜਦੋਂ ਖੁਦ ਸਟਰੋਂਗ ਹੁੰਦੇ ਹੋ ਨਾ, ਤੁਸੀਂ ਜਦੋਂ ਖੁਦ ਹਿੰਮਤ ਕਰਕੇ ਕੰਮ ਕਰ ਰਹੇ ਹੋ ਤਾਂ ਤੁਹਾਨੂੰ, ਮੈਨੂੰ ਨਹੀਂ ਲੱਗਦਾ ਕੋਈ ਦਿੱਕਤ ਆਉਂਦੀ ਹੈ। ਪਰ ਮੈਂ ਇਹ ਵੀ ਨਹੀਂ ਕਹਿੰਦੀ ਕਿ ਬੀਇੰਗ ਏ ਫੀਮੇਲ ਮੈਨੂੰ ਕੋਈ ਐਸੇ ਬੰਦੇ ਨਹੀਂ ਮਿਲੇ ਹੋਣਗੇ, ਮਿਲਦੇ ਹੈ, ਪਰ ਤੁਸੀਂ ਉਹਨਾਂ ਦਾ ਮੂੰਹ ਤੋੜ ਜਵਾਬ ਦੇ ਕੇ ਅੱਗੇ ਤੁਰਦੇ ਜਾਓ। ਸੋ ਮੈਨੂੰ ਨਹੀਂ ਲੱਗਦਾ, ਕਲਾ ਦੀ ਦੁਨੀਆ 'ਚ ਖਾਸ ਕਰਕੇ ਮੈਂ ਕਹੂੰਗੀ ਕਿ ਕਲਾ ਦੀ ਦੁਨੀਆ ਦੇ ਵਿੱਚ ਬਹੁਤ ਖੂਬਸੂਰਤ ਸਫ਼ਰ ਹੈ, ਚਾਹੇ ਉਹ ਕਿਸੇ ਵੀ ਤਰੀਕੇ ਦਾ, ਸਿਰਫ ਰੰਗਮੰਚ ਦੀ ਗੱਲ ਨਹੀਂ ਮੈਂ ਕਰ ਰਹੀ, ਚਾਹੇ ਉਹ ਪੇਂਟਿੰਗ ਹੈ, ਚਾਹੇ ਉਹ ਮਿਊਜ਼ਿਕ ਹੈ, ਕੋਈ ਵੀ ਰਾਹ ਹੈਗਾ ਕਲਾ ਦਾ। ਸੋ ਬਹੁਤ ਖੂਬਸੂਰਤ ਤਰੀਕੇ ਦੇ ਨਾਲ ਤੁਹਾਨੂੰ ਇਸ ਦੁਨੀਆ ਦੇ ਵਿੱਚ ਲੈ ਕੇ ਜਾਂਦਾ ਔਰ ਬਹੁਤ ਸਕੂਨ ਮਿਲਦਾ ਰੀਅਲੀ। ਅਤੇ ਜੇ ਪੰਜਾਬੀ ਫਿਲਮ ਇੰਡਸਟਰੀ ਦੀ ਗੱਲ ਕਰੀਏ, ਕੀ ਤੁਹਾਡਾ ਕੋਈ ਪਲੈਨਿੰਗ ਹੈਗੀ ਹੈ ਆਉਣ ਵਾਲੇ ਸਮੇਂ 'ਚ ਕੋਈ ਕੰਮ ਕਰਨ ਦੀ, ਜਾਂ ਕਿੱਥੇ ਕੁ ਮਹਿਸੂਸ ਕਰਦੇ ਹੋ ਕਿ ਕਰਨਾ ਚਾਹੀਦਾ, ਕਿ ਜਾਂ ਜ਼ਿਆਦਾ ਸਮਾਂ ਜਿਹੜਾ ਉਹ ਰੰਗਮੰਚ ਨੂੰ ਹੀ ਦੇਣਾ ਚਾਹੋਗੇ? ਜ਼ਿਆਦਾ ਸਮਾਂ ਤਾਂ ਮੇਰਾ ਰੰਗਮੰਚ ਦੇ ਵਿੱਚ ਹੀ ਨਿਕਲਦਾ ਹੈ। ਇਸ ਗੱਲ ਦੀ ਮੈਨੂੰ ਡਾਂਟ ਵੀ ਪੈਂਦੀ ਹੈ ਮੇਰੇ ਸਾਥੀ ਕਲਾਕਾਰਾਂ ਤੋਂ, ਪਰ ਇਹ ਹੈ ਕਿ ਜੋ ਚੰਗੇ ਸਬਜੈਕਟ ਜਿਹੜੇ ਫਿਲਮਾਂ ਦੇ ਵਿੱਚ ਆਉਂਦੇ ਨੇ ਜਾਂ ਕੋਈ ਅੱਛੇ ਰੋਲ ਆਫਰ ਹੁੰਦੇ ਨੇ ਤਾਂ ਉਹ ਜ਼ਰੂਰ ਮੈਂ ਕਰਨਾ ਚਾਹਵਾਂਗੀ। ਕਿਉਂਕਿ ਮੇਰਾ ਇੱਕ ਮਤਲਬ ਇਹ ਸਿਰਫ ਇਸ ਕਰਕੇ ਨਹੀਂ ਕਿ ਕਰਨ ਲਈ ਕਰਨਾ, ਮੇਰੀ ਇੱਛਾ ਹੁੰਦੀ ਹੈ ਕਿ ਕੋਈ ਚੰਗਾ ਸਬਜੈਕਟ ਹੋਵੇ, ਚੰਗਾ ਕਿਰਦਾਰ ਹੋਵੇ ਕਰਨ ਵਾਸਤੇ, ਕਿਉਂਕਿ ਮੈਂ ਡੰਮੀ ਜੇ ਰੋਲ ਨਹੀਂ ਕਰਨਾ ਚਾਹੁੰਦੀ। ਵਧੀਆ ਤਰੀਕੇ ਨਾਲ ਐਜ਼ ਏ ਐਕਟਰ ਤੁਹਾਡੇ ਕੋਲ ਕੁਝ ਕਰਨ ਨੂੰ ਹੋਵੇ ਤਾਂ ਮੈਂ ਜ਼ਰੂਰ ਕਰਨਾ ਚਾਹਵਾਂਗੀ। ਮੈਨੂੰ ਬੜੇ ਅੱਛੇ ਪ੍ਰੋਜੈਕਟ ਮੈਂ ਕੀਤੇ ਨੇ ਫਿਲਮਾਂ ਦੇ ਵਿੱਚ, ਅਤੇ ਹੁਣ ਅੱਗੇ ਵੀ ਇੰਤਜ਼ਾਰ ਰਹੇਗਾ। 3-4 ਫਿਲਮਾਂ ਮੇਰੀਆਂ ਆਉਣ ਵਾਲੀਆਂ ਵੀ ਨੇ ਜੀ। ਸ਼ੁਭ-ਸ਼ਾਬਾਂ ਜੀ ਤੁਹਾਡੀਆਂ ਫਿਲਮਾਂ ਲਈ ਵੀ। ਅਤੇ ਨਵੇਂ ਬੱਚੇ, ਨਵੇਂ ਸਟੂਡੈਂਟਸ ਜਿਹੜੇ ਹੈ ਰੰਗਮੰਚ ਨਾਲ ਜੁੜ ਰਹੇ ਆ, ਉਹਨਾਂ ਲਈ ਕੋਈ ਜਿਹੜੀ ਤੁਸੀਂ ਕੋਈ ਇੰਸਟਰਕਸ਼ਨਸ ਜਾਂ ਕਹਿ ਦਈਏ ਵੀ ਕੋਈ ਹਿਦਾਇਤਾਂ ਉਹਨਾਂ ਨੂੰ ਦੇਣਾ ਚਾਹੋਗੇ, ਜਾਂ ਤੁਹਾਡੇ ਉਹਨਾਂ ਪ੍ਰਤੀ ਕੀ ਵਿਚਾਰ ਨੇ ਵੀ ਕਿਹੜੀਆਂ ਮੁਸ਼ਕਿਲਾਂ ਜਿਹੜੀਆਂ ਨੇ ਉਹਨਾਂ ਨੂੰ ਫੇਸ ਕਰਨੀਆਂ ਪੈ ਸਕਦੀਆਂ ਨੇ ਅਤੇ ਕਿਸ ਤਰ੍ਹਾਂ ਉਹ ਕੰਮ ਕਰਨ? ਦੇਖੋ, ਜਿਹੜੇ ਨਵੇਂ ਬੱਚੇ ਰੰਗਮੰਚ ਨਾਲ ਜਾਂ ਫਿਲਮ ਇੰਡਸਟਰੀ ਨਾਲ ਜੁੜਨਾ ਚਾਹੁੰਦੇ ਨੇ, ਉਹਨਾਂ ਲਈ ਖੁੱਲ੍ਹਾ ਸੱਦਾ ਇਸ ਕਰਕੇ ਮੈਂ ਕਹਿੰਦੀ ਹਾਂ ਕਿ ਕਈ ਖਾਸ ਕਰਕੇ ਜਿਹੜੀਆਂ ਲੜਕੀਆਂ ਨੇ ਉਹਨਾਂ ਲਈ ਇਹ ਹੁੰਦਾ ਕਿ ਮੈਡਮ ਮੈਨੂੰ ਸਵਾਲ ਵੀ ਕਰਦੇ ਕਿ ਅਸੀਂ ਇਸ ਫੀਲਡ ਵਿੱਚ ਆਉਣਾ ਚਾਹੁੰਦੇ ਹਾਂ, ਪਰ ਇਸ ਫੀਲਡ ਦੇ ਵਿੱਚ ਬੜੀਆਂ ਦਿੱਕਤਾਂ ਨੇ ਕੁੜੀਆਂ ਵਾਸਤੇ ਤਾਂ ਸਾਰੀ ਦੁਨੀਆ ਦੇ ਵਿੱਚ ਦਿੱਕਤਾਂ ਨੇ। ਤਾਂ ਇਹਦਾ ਮਤਲਬ ਇਹ ਤਾਂ ਨਹੀਂ ਕਿ ਅਸੀਂ ਕੰਮ ਛੱਡ ਦਈਏ, ਅਸੀਂ ਅੱਗੇ ਤਾਂ ਵਧਣਾ ਹੈ ਨਾ। ਜੋ ਅਸੀਂ ਸੋਚਿਆ ਹੋਇਆ, ਜੋ ਅਸੀਂ ਕੰਮ ਕਰਨਾ ਹੈ, ਉਹਨੂੰ ਤਾਂ ਅਸੀਂ ਅੱਗੇ ਲੈ ਕੇ ਜਾਣਾ ਹੈ ਨਾ। ਸੋ ਇਹ ਡਰ ਕੇ ਬੈਠਣ ਦੀ ਲੋੜ ਨਹੀਂ ਹੈ, ਹਿੰਮਤ ਨਾਲ ਅੱਗੇ ਵਧਣ ਦੀ ਲੋੜ ਹੈ। ਕਲਾ ਦੀ ਦੁਨੀਆ ਦੇ ਵਿੱਚ ਜੇ ਤੁਸੀਂ ਕੰਮ ਕਰਨਾ ਚਾਹੁੰਦੇ ਹੋ ਤਾਂ ਮੈਂ ਇੱਕ ਗੱਲ ਜ਼ਰੂਰ ਕਰਾਂਗੀ ਕਿ ਡੈਡੀਕੇਸ਼ਨ ਦੇ ਉੱਤੇ ਪਹਿਰਾ ਜ਼ਰੂਰ ਦੇਣਾ, ਫਿਰ ਤੁਹਾਡੇ ਲਈ ਪੂਰੇ ਰਾਹ ਖੁੱਲ੍ਹੇ ਨੇ, ਕੋਈ ਦਿੱਕਤ ਨਹੀਂ ਆਏਗੀ ਤੁਹਾਨੂੰ ਜੀ। ਸਮਾਂ ਦੇਣ ਵਾਸਤੇ ਬਹੁਤ ਧੰਨਵਾਦ, ਅਤੇ ਆਸ ਕਰਦੇ ਹਾਂ ਜਲਦੀ ਹੀ ਤੁਸੀਂ ਵਿਨੀਪੈਗ ਦੇ ਵਿੱਚ ਫੇਰ ਆਵੋਗੇ ਅਤੇ ਤੁਹਾਡੇ ਨਵੇਂ ਨਾਟਕ ਦੀ ਸਾਨੂੰ ਉਡੀਕ ਰਹੇਗੀ। ਬਹੁਤ ਧੰਨਵਾਦ ਜੀ। ਸ਼ੁਕਰੀਆ ਜੀ, ਮਿਹਰਬਾਨੀ। ਇੰਸ਼ੋਰੈਂਸ ਦੇ ਖੇਤਰ 'ਚ ਵਿਨੀਪੈਗ ਵਿੱਚ ਮੰਨਿਆ ਪ੍ਰਮੰਨਿਆ ਨਾਮ ਫੋਕਸਡ ਇੰਸ਼ੋਰੈਂਸ ਐਂਡ ਫਾਈਨੈਂਸ਼ੀਅਲ। ਇਹ ਸੁਪਰ ਵੀਜ਼ਾ ਇੰਸ਼ੋਰੈਂਸ,
ਵਿਜ਼ਿਟਰ ਇੰਸ਼ੋਰੈਂਸ, ਲਾਈਫ ਐਂਡ ਡਿਸੇਬਿਲਿਟੀ ਇੰਸ਼ੋਰੈਂਸ ਅਤੇ ਕ੍ਰਿਟੀਕਲ ਇੰਸ਼ੋਰੈਂਸ ਵਿੱਚ ਮਾਹਿਰ ਹਨ। ਇਹ ਗਰੁੱਪ ਪਲਾਨਸ, ਕਾਰਪੋਰੇਟ ਪਲੈਨਿੰਗ ਅਤੇ ਹੈਲਥ ਐਂਡ ਡੈਂਟਲ ਇੰਸ਼ੋਰੈਂਸ ਵਿੱਚ ਵੀ ਖਾਸ ਮੁਹਾਰਤ ਰੱਖਦੇ ਹਨ। ਤੁਸੀਂ ਇਹਨਾਂ ਕੋਲੋਂ ਇੰਸ਼ੋਰੈਂਸ ਸਰਵਿਸਿਜ਼ ਤੋਂ ਇਲਾਵਾ RESP ਰਜਿਸਟਰਡ ਐਜੂਕੇਸ਼ਨ ਸੇਵਿੰਗ ਪਲਾਨ, RRSP ਰਜਿਸਟਰਡ ਰਿਟਾਇਰਮੈਂਟ ਸੇਵਿੰਗ ਪਲਾਨ ਅਤੇ TFSA ਟੈਕਸ ਫ੍ਰੀ ਸੇਵਿੰਗ ਅਕਾਊਂਟ ਸੰਬੰਧੀ ਵੀ ਹਰ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ। ਇਹਨਾਂ ਕੋਲ ਐਕਸਪਰਟ ਐਡਵਾਈਜ਼ਰਸ ਦੀ ਟੀਮ ਹੈ ਅਤੇ ਇਸ ਸਮੇਂ ਇਹ ਨਵੇਂ ਐਡਵਾਈਜ਼ਰਸ ਦੀ ਹਾਇਰਿੰਗ ਵੀ ਕਰ ਰਹੇ ਹਨ। ਵਧੇਰੇ ਜਾਣਕਾਰੀ ਲਈ ਤੁਸੀਂ ਬੀਰ ਇੰਦਰ ਸਿੰਘ ਬਹਿਲ, ਜਿਨ੍ਹਾਂ ਦਾ ਕੰਟੈਕਟ ਨੰਬਰ 2042304131 ਅਤੇ ਸਿਮਰਨਜੀਤ ਸਿੰਘ ਜਸਵਾਲ, ਜਿਨ੍ਹਾਂ ਦਾ ਕੰਟੈਕਟ ਨੰਬਰ 2046883758 ਹੈ, ਨਾਲ ਸੰਪਰਕ ਕਰ ਸਕਦੇ ਹੋ ਜਾਂ ਫੋਕਸਡ ਇੰਸ਼ੋਰੈਂਸ ਐਂਡ ਫਾਈਨੈਂਸ਼ੀਅਲ ਦੇ ਆਫਿਸ 100 ਮੈਂਡਲੇ ਡਰਾਈਵ, ਵਿਨੀਪੈਗ ਤੇ ਵੀ ਵਿਜ਼ਿਟ ਕਰ ਸਕਦੇ ਹੋ। ਸੋ ਫੋਕਸ ਔਨ what matters to you।